ਨਵੰਬਰ 1984 ਹਿੰਦੂ ਤਪ ਦਾ ਮਹਾਤਾਂਡਵ। ਮਿਸ਼ਰਾ ਕਮਿਸ਼ਨ, ਇਨਸਾਫ ਦੀ ਭਾਵਨਾ ਦਾ ਕਤਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 6 ਮਹੀਨੇ ਲੰਘ ਜਾਣ ਜਾਂ ਲੰਘਾ ਦੇਣ ਤੋਂ ਬਾਅਦ ਅਪ੍ਰੈਲ 1985 ਵਿੱਚ ਜਾ ਕੇ ਜਦ ਕੇਂਦਰ ਸਰਕਾਰ ਨੇ ਕਤਲੇਆਮ ਦੀ ਪੜਤਾਲ ਕਰਵਾਉਣ ਲਈ ਅਦਾਲਤੀ ਕਮਿਸ਼ਨ ਬਿਠਾਉਣ ਦਾ ਨਿਰਣਾ ਕੀਤਾ ਤਾਂ ਪੀੜਤ ਧਿਰ ਦੀ ਇਨਸਾਫ ਹਾਸਲ ਕਰਨ ਦੀ ਇਸ ਨਿਆਂਈ ਮੰਗ ਨੂੰ ਵੀ ਰਾਜਸੀ ਸੌਦੇਬਾਜ਼ੀ ਦਾ ਮੁੱਦਾ ਵਸੀਲਾ ਬਣਾਇਆ ਗਿਆ। ਪਰ ਅਜਿਹਾ ਕਰਨ ਵੇਲੇ ਵੀ ਹਾਕਮਾਂ ਦੀ ਨੀਅਤ ਸ਼ੁੱਧ ਨਹੀਂ ਸੀ। ਉਹਨਾਂ ਦਾ ਮਨੋਰਥ ਪੀੜਤ ਧਿਰ ਨੂੰ ਇਨਸਾਫ ਮੁਹੱਈਆ ਕਰਨਾ ਨਹੀਂ ਸੀ, ਸਗੋਂ ਜ਼ਾਹਰਾ ਰੂਪ ਵਿੱਚ ਦੋਸ਼ੀ ਧਿਰ ਨੂੰ ਬਚਾਉਣਾ ਸੀ। ਇਸੇ ਮੰਤਵ ਨੂੰ ਧਿਆਨ ਵਿੱਚ ਰੱਖ ਕੇ ਹੀ ਢੁਕਵੇਂ ਜੱਜ ਦੀ ਚੋਣ ਕਰਨ ਦੇ ਕਰਮ ਨੂੰ ਭਾਰੀ ਅਹਿਮੀਅਤ ਦਿੱਤੀ ਗਈ ਸੀ। ਅਜਿਹਾ ਢੁਕਵਾਂ ਜੱਜ ਜਸਟਿਸ ਰੰਗਾਨਾਥ ਮਿਸ਼ਰਾ ਤੋਂ ਸਿਵਾ ਹੋਰ ਕੋਈ ਨਹੀਂ ਸੀ ਹੋ ਸਕਦਾ, ਕਿਉਂਕਿ ਉਸਨੇ ਉੜੀਸਾ ਹਾਈ ਕੋਰਟ ਦਾ ਚੀਫ ਜਸਟਿਸ ਹੁੰਦਿਆਂ ਨੰਗੀ ਚਿੱਟੀ ਤਰਫਦਾਰੀ ਦਾ ਮੁਜ਼ਾਹਰਾ ਕਰਦੇ ਹੋਏ ਕਾਂਗਰਸ ਦੀ ਸਰਕਾਰ ਦੇ ਪੱਖ ਵਿੱਚ ਕਈ ਸਾਰੇ ਕੇਸਾਂ ਦੇ ਫੈਸਲੇ ਸੁਣਾਏ ਸਨ। ਮਾਰਚ 1983 ਵਿੱਚ ਜਦ ਉਸ ਨੂੰ ਸੁਪਰੀਮ ਕੋਰਟ ਦਾ ਜੱਜ ਨਾਮਜ਼ਦ ਕੀਤਾ ਗਿਆ ਸੀ ਤਾਂ ਉਸ ਤੋਂ ਪਹਿਲਾਂ ਉੜੀਸਾ ਹਾਈ ਕੋਰਟ ਦੀ ਬਾਰ ਐਸੋਸੀਏਸ਼ਨ ਨੇ ਇੱਕ ਅਗਿਆਤ ਮੈਮੋਰੰਡਮ ਦੇ ਜ਼ਰੀਏ ਸੁਪਰੀਮ ਕੋਰਟ ਦੇ ਜੱਜਾਂ ਕੋਲ ਇਹ ਪੁਕਾਰ ਕੀਤੀ ਸੀ ਕਿ ਉੜੀਸਾ ਵਿੱਚ ਨਿਆਂ ਪ੍ਰਣਾਲੀ ਨੂੰ ਬਚਾਉਣ ਲਈ ਜਸਟਿਸ ਮਿਸ਼ਰਾ ਨੂੰ ਸੁਪਰੀਮ ਕੋਰਟ ਦਾ ਜੱਜ ਬਣਾ ਕੇ ਉੱਥੋਂ ਕੱਢ ਲਿਆ ਜਾਵੇ। ਇਸ ਤਰ੍ਹਾਂ ਢੁਕਵੇਂ ਜੱਜ ਦੀ ਨਿਯੁਕਤੀ ਕਰ ਲੈਣ ਤੋਂ ਬਾਅਦ ਅਗਲੀ ਗੱਲ ਇਹ ਯਕੀਨੀ ਬਣਾਈ ਗਈ ਕਿ ਕਮਿਸ਼ਨ ਦੀਆਂ ਮੱਦਾਂ ਇਸ ਢੰਗ ਨਾਲ ਨਿਰਧਾਰਤ ਕੀਤੀਆਂ ਜਾਣ ਕਿ ਛਾਣਬੀਣ ਦੀ ਕਾਰਵਾਈ ਦੇ ਸਮੁੱਚੇ ਅਮਲ ਨੂੰ ਅਸਲੀ ਤੇ ਕੇਂਦਰੀ ਮੁੱਦੇ ਤੋਂ ਪਾਸੇ ਤਿਲਕਾ ਕੇ ਨਿਰਾਰਥਕ ਬਣਾ ਦਿੱਤਾ ਜਾਵੇ। ਕਤਲੇਆਮ ਤੋਂ ਬਾਅਦ ਅਲੱਗ-ਅਲੱਗ ਸਵੈ ਸੇਵੀ ਜਥੇਬੰਦੀਆਂ ਵੱਲੋਂ ਆਪਣੇ ਪੱਧਰ ਤੇ ਹਿੰਸਾ ਦੇ ਸਮੁੱਚੇ ਵਰਤਾਰੇ ਦੀ ਕੀਤੀ ਗਈ ਭਰਮੀ ਛਾਣਬੀਣ ਵਿੱਚੋਂ ਇਹ ਤੱਥ ਸਵੈ ਉਜਾਗਰ ਹੋ ਗਿਆ ਸੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਵਾਪਰਿਆ ਸਮੁੱਚਾ ਖੂਨੀ ਸਾਕਾ ਆਪ ਮੁਹਾਰਾ ਨਹੀਂ ਸੀ, ਸਗੋਂ ਬਕਾਇਦਾ ਜਥੇਬੰਦ ਕੀਤਾ ਗਿਆ ਸੀ। ਆਪਣੇ ਇਸ ਨਿਰਣੇ ਦੀ ਪੁਸ਼ਟੀ ਲਈ ਉਹਨਾਂ ਢੇਰ ਸਾਰੇ ਠੋਸ ਤੱਥ ਅਤੇ ਸਬੂਤ ਪੇਸ਼ ਕਰ ਦਿੱਤੇ ਸਨ। ਇਸ ਕਰਕੇ ਕੇਂਦਰ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਅਦਾਲਤੀ ਕਮਿਸ਼ਨ ਸਾਹਮਣੇ ਸਭ ਨਾਲੋਂ ਪ੍ਰਮੁੱਖ ਕਾਰਜ ਉਹਨਾਂ ਤੱਤਾਂ ਤੇ ਤਾਕਤਾਂ ਦੀ ਨਿਸ਼ਾਨਦੇਹੀ ਕਰਨੀ ਅਤੇ ਉਹਨਾਂ ਚਿਹਰਿਆਂ ਨੂੰ ਬੇਪਰਦਾ ਕਰਨਾ ਬਣਦਾ ਸੀ ਜਿਨ੍ਹਾਂ ਨੇ ਖੂਨ ਖਰਾਬੇ ਦੇ ਇਸ ਸਿਲਸਿਲੇ ਦੀ ਵਿਉਂਤ ਬਣਾਈ ਤੇ ਇਸ ਨੂੰ ਅਮਲੀ ਰੂਪ ਦੇਣ ਸਮੇਂ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ। ਇਸ ਗੱਲ ਤੋਂ ਹੀ ਦੇਸ਼ ਦੇ ਰਾਜਸੀ ਹੁਕਮਰਾਨਾਂ, ਰਾਜ ਅਤੇ ਪ੍ਰਸ਼ਾਸਨ ਦੀ ਨਿਰਪੱਖਤਾ ਅਤੇ ਸੁਹਿਰਦਤਾ ਦਾ ਨਿਤਾਰਾ ਹੋਣਾ ਸੀ। ਪਰ ਇਹੀ ਉਹ ਗੱਲ ਸੀ ਜੋ ਹਾਕਮ ਅਤੇ ਪ੍ਰਸ਼ਾਸਨ ਕਿਸੇ ਵੀ ਸੂਰਤ ਵਿੱਚ ਕਰਨਾ ਨਹੀਂ ਚਾਹੁੰਦੇ ਸਨ। ਇਸੇ ਕਰਕੇ ਹੀ ਉਹਨਾਂ ਇੱਕ ਤਾਂ ਅਦਾਲਤੀ ਕਮਿਸ਼ਨ ਲਈ ਜੱਜ ਦੀ ਚੋਣ ਕਰਨ ਵੇਲੇ ਅਤੇ ਦੂਜਾ ਕਮਿਸ਼ਨ ਦੀਆਂ ਸ਼ਰਤਾਂ ਨਿਰਧਾਰਤ ਕਰਨ ਵੇਲੇ ਉਚੇਚੀ ਸਾਵਧਾਨੀ ਵਰਤੀ ਸੀ। ਕੇਂਦਰ ਸਰਕਾਰ ਦੁਆਰਾ ਕਮਿਸ਼ਨ ਦੀ ਸਥਾਪਨਾ ਲਈ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਪੜਤਾਲ ਦਾ ਘੇਰਾ ਸਿਰਫ ਇਹ ਗੱਲ ਜਾਣਨ ਤੱਕ ਸੀਮਿਤ ਕਰ ਦਿੱਤਾ ਗਿਆ ਸੀ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਹੋਈ ਹਿੰਸਾ ਦੇ ਜਥੇਬੰਦ ਕੀਤੇ ਹੋਣ ਬਾਰੇ ਲਾਏ ਗਏ ਦੋਸ਼ ਠੀਕ ਸਨ ਜਾਂ ਨਹੀਂ। ਦੋਸ਼ੀਆਂ ਦੀ ਨਿਸ਼ਾਨਦੇਹੀ ਕਰਨ ਅਤੇ ਉਹਨਾਂ ਨੂੰ ਕਾਨੂੰਨ ਦੇ ਸ਼ਿਕੰਜੇ ਵਿੱਚ ਜਕੜਨ ਦਾ ਕਾਰਜ ਕਮਿਸ਼ਨ ਦੇ ਘੇਰੇ ਤੋਂ ਬਾਹਰ ਕੱਢ ਦਿੱਤਾ ਗਿਆ ਸੀ। ਕਿਸੇ ਵੀ ਪੜਤਾਲ ਨੂੰ ਸਾਰਥਕ ਬਣਾਉਣ ਲਈ ਗਵਾਹੀਆਂ ਦੀ ਭੂਮਿਕਾ ਨਿਰਣਾਇਕ ਹੁੰਦੀ ਹੈ। ਗਵਾਹੀ ਦਾ ਅਮਲ ਗਵਾਹਾਂ ਦੇ ਬਿਆਨਾਂ ਤੋਂ ਸ਼ੁਰੂ ਹੁੰਦਾ ਹੈ ਅਤੇ ਜਿਰਹਾ ਤੇ ਜਵਾਬੀ ਜਿਰਹਾ ਨਾਲ ਜਾ ਕੇ ਮੁਕੰਮਲ ਹੁੰਦਾ ਹੈ। ਇਸ ਖਾਸ ਮਾਮਲੇ ਵਿੱਚ ਗਵਾਹਾਂ ਦੀ ਵਿਸ਼ੇਸ਼ ਮਨੋ ਅਵਸਥਾ ਨੂੰ ਸਮਝਣਾ ਬੇਹੱਦ ਜ਼ਰੂਰੀ ਸੀ। ਉਹਨਾਂ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਸਿਰਫ ਆਪਣੇ ਪਿਆਰਿਆਂ ਨੂੰ ਵਹਿਸ਼ੀਆਨਾ ਢੰਗਾਂ ਨਾਲ ਕਤਲ ਹੁੰਦੇ ਹੀ ਨਹੀਂ ਸੀ ਦੇਖਿਆ, ਉਹਨਾਂ ਨੇ ਪ੍ਰਸ਼ਾਸਨ ਅਤੇ ਹਾਕਮਾਂ ਵੱਲੋਂ ਕਾਤਲਾਂ ਦੀ ਨੰਗੇ ਰੂਪ ਵਿੱਚ ਕੀਤੀ ਗਈ
ਪੁਸ਼ਤ ਪਨਾਹੀ ਵੀ ਦੇਖੀ ਸੀ। ਜਿੱਥੇ ਕਾਤਲ, ਪ੍ਰਸ਼ਾਸਨ ਅਤੇ ਹਾਕਮ ਆਪਸ ਵਿੱਚ ਘਿਓ ਖਿਚੜੀ ਹੋ ਗਏ ਹੋਣ, ਉੱਥੇ ਆਪਣਾ ਸਭ ਕੁਝ ਲੁਟਾ ਚੁੱਕੇ ਲੋਕਾਂ ਅੰਦਰ ਕਾਤਲਾਂ ਖਿਲਾਫ ਗਵਾਹੀ ਦੇਣ ਦਾ ਹੌਸਲਾ ਕਿਵੇਂ ਆ ਸਕਦਾ ਹੈ। ਅਜਿਹੇ ਮੌਕੇ ਉਹਨਾਂ ਦੀ ਰੱਬ ਤੋਂ ਬਾਅਦ ਜੇ ਕਿਸੇ ਵਿੱਚ ਉਮੀਦ ਰਹਿ ਜਾਂਦੀ ਹੈ ਤਾਂ ਉਹ ਅਦਾਲਤਾਂ ਅਥਵਾ ਜੱਜ ਹੀ ਹੁੰਦੇ ਹਨ। ਉਹਨਾਂ ਅੰਦਰ ਸਵੈ ਵਿਸ਼ਵਾਸ ਤੇ ਹਿੰਮਤ ਜਗਾਉਣੀ ਅਦਾਲਤਾਂ ਦੀ ਪਹਿਲੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇੱਥੇ ਜੱਜਾਂ ਦੀ ਨਿਰਪੱਖਤਾ ਅਤੇ ਸੁਹਿਰਦਤਾ ਦੁੱਗਣੀ ਅਹਿਮੀਅਤ ਅਖਤਿਆਰ ਕਰ ਜਾਂਦੀ ਹੈ। ਰੰਗਾਨਾਥ ਮਿਸ਼ਰਾ ਕਮਿਸ਼ਨ ਦੀ ਸਥਾਪਨਾ ਜਿਹੜੇ ਹਾਲੀ ਕੀਤੀ ਗਈ ਸੀ ਅਤੇ ਜਸਟਿਸ ਮਿਸ਼ਰਾ ਨੇ ਆਪਣੇ ਕੰਮਕਾਰ ਦਾ ਜੋ ਢੰਗ ਤਰੀਕਾ ਅਪਣਾਇਆ, ਉਸ ਨੇ ਹਿੰਸਾ ਤੋਂ ਪੀੜਤ ਲੋਕਾਂ ਅੰਦਰ ਨਵਾਂ ਹੌਸਲਾ ਅਤੇ ਉਤਸ਼ਾਹ ਤਾਂ ਕੀ ਪੈਦਾ ਕਰਨਾ ਸੀ, ਉਹਨਾਂ ਦਾ ਬਚਿਆ ਖੁਚਿਆ ਵਿਸ਼ਵਾਸ ਤੇ ਹਿੰਮਤ ਵੀ ਜਾਂਦੀ ਰਹੀ ਸੀ। ਜਸਟਿਸ ਮਿਸ਼ਰਾ ਨੇ ਅਜਿਹਾ ਕੋਈ ਇੱਕ ਵੀ ਕਦਮ ਨਾ ਉਠਾਇਆ ਜਿਸ ਨਾਲ ਮਜ਼ਲੂਮ ਧਿਰ ਅੰਦਰ ਵਿਸ਼ਵਾਸ ਤੇ ਉਮੀਦ ਦੀ ਕੋਈ ਕਿਰਨ ਜਾਗ ਉੱਠਦੀ। ਇਸ ਦੇ ਉਲਟ ਅਨੇਕਾਂ ਅਜਿਹੇ ਕਦਮ ਉਠਾਏ ਜੋ ਨਾ ਸਿਰਫ ਇਨਸਾਫ ਦੀ ਭਾਵਨਾ ਦੇ ਖਿਲਾਫ ਸਨ, ਸਗੋਂ ਜਿਨ੍ਹਾਂ ਨੇ ਹਿੰਸਾ ਤੋਂ ਪੀੜਤ ਧਿਰ ਨੂੰ ਹੋਰ ਵੀ ਵੱਧ ਬੇਦਿਲੀ ਅਤੇ ਬੇਉਮੀਦੀ ਦੀ ਅਵਸਥਾ ਵਿੱਚ ਧੱਕ ਦਿੱਤਾ। ਅਦਾਲਤੀ ਪੜਤਾਲ ਦਾ ਇਹ ਬਹੁਤ ਹੀ ਆਮ ਦਸਤੂਰ ਹੈ ਕਿ ਕਮਿਸ਼ਨ ਦੀ ਸਮੁੱਚੀ ਕਾਰਵਾਈ ਓਲੇ ਵਿੱਚ ਨਹੀਂ ਬਲਕਿ ਖੁੱਲ੍ਹੇਆਮ ਕੀਤੀ ਜਾਂਦੀ ਹੈ। ਇਨਸਾਫ ਦੀ ਉਮੀਦ ਲਾ ਚੁੱਕੇ ਪੀੜਤ ਲੋਕਾਂ ਅੰਦਰ ਇਨਸਾਫ ਦੀ ਉਮੀਦ ਮੁੜ ਜਗਾਉਣ ਲਈ ਅਜਿਹਾ ਕਰਨਾ ਹੋਰ ਵੀ ਜ਼ਰੂਰੀ ਹੁੰਦਾ ਹੈ। ਪਰ ਜਸਟਿਸ ਮਿਸ਼ਰਾ ਨੇ ਇਸ ਦਸਤੂਰ ਨੂੰ ਭੰਗ ਕਰਕੇ ਸਾਰੀ ਕਾਰਵਾਈ ਬੰਦ ਕਮਰਾ ਵਿੱਚ ਕਰਨ ਦਾ ਆਪ ਮਤਾ ਨਿਰਣਾ ਕਰ ਲਿਆ। ਅਦਾਲਤੀ ਪੜਤਾਲ ਦੇ ਇਤਿਹਾਸ ਵਿੱਚ ਅਜਿਹਾ ਕਰਮ ਪਹਿਲਾਂ ਕਦੇ ਨਹੀਂ ਹੋਇਆ। ਸਵਾਲ ਖੜਾ ਹੁੰਦਾ ਹੈ ਕਿ ਜਸਟਿਸ ਮਿਸ਼ਰਾ ਨੂੰ ਅਦਾਲਤੀ ਪੜਤਾਲ ਦੀ ਕਾਰਵਾਈ ਦੁਆਲੇ ਭੇਦ ਦੇ ਪਰਦੇ ਤਾਣਨ ਦੀ ਕਿਹੜੀ ਲੋੜ ਜਾਂ ਮਜਬੂਰੀ ਖੜੀ ਹੋ ਗਈ ਸੀ। ਇਸ ਦਾ ਭੇਦ ਉਸ ਵੱਲੋਂ ਚੁੱਕੇ ਗਏ ਕਦਮਾਂ ਤੋਂ ਖੁੱਲ੍ਹਾ ਜਦ ਜਸਟਿਸ ਮਿਸ਼ਰਾ ਨੇ ਸਭ ਤੋਂ ਪਹਿਲਾਂ ਲੋਕਾਂ ਨੂੰ ਹਲਫੀਆ ਬਿਆਨ ਦੇਣ ਲਈ ਕਿਹਾ ਸੀ ਤਾਂ ਪੂਰੇ 1 ਮਹੀਨੇ ਵਿੱਚ ਪੀੜਤ ਧਿਰ ਵੱਲੋਂ ਤਾਂ ਸਿਰਫ ਇੱਕ ਹੀ ਹਲਫੀਆ ਬਿਆਨ ਜੋ ਕਿ ਸੱਚਾ ਅਤੇ ਅਸਲੀ ਸੀ ਆਇਆ ਸੀ, ਪਰ ਦੋਸ਼ੀ ਧਿਰ ਨੇ ਜਾਲੀ ਹਲਫੀਆ ਬਿਆਨਾਂ ਦਾ ਅੰਬਾਰ ਲਾ ਦਿੱਤਾ ਸੀ। 6 ਮਹੀਨਿਆਂ ਤੋਂ ਅਦਾਲਤੀ ਕਮਿਸ਼ਨ ਦੀ ਸਥਾਪਤੀ ਦੀ ਮੰਗ ਕਰਦੀਆਂ ਆ ਰਹੀਆਂ ਦਿੱਲੀ ਦੀਆਂ ਕੁਝ ਪ੍ਰਮੁੱਖ ਇਨਸਾਫ ਪਸੰਦ ਹਸਤੀਆਂ ਨੇ ਪੜਤਾਲ ਦੀ ਕਾਰਵਾਈ ਨੂੰ ਅਸਰਦਾਰ ਬਣਾਉਣ ਲਈ ਆਪਸ ਵਿੱਚ ਰਲ ਕੇ ਇੱਕ ਸਿਟੀਜ਼ਨਜ਼ ਜਸਟਿਸ ਕਮੇਟੀ CJC ਦੇ ਨਾਂ ਹੇਠ ਉਚੇਚਾ ਮੰਚ ਕਾਇਮ ਕਰ ਲਿਆ ਸੀ, ਜਿਸ ਵਿੱਚ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ SM ਸੀਕਰੀ ਤੋਂ ਇਲਾਵਾ ਗੋਬਿੰਦ ਮੁਖੋਤੀ, ਅਮੀਆ ਰਾਓ, ਜਨਰਲ ਜਗਜੀਤ ਸਿੰਘ ਅਰੋੜਾ, ਖੁਸ਼ਵੰਤ ਸਿੰਘ, ND ਪੰਚੋਲੀ, ਰਜਨੀ ਕਠਾਰੀ, ਸੋਲੀ ਤੇ ਸੋਰਬਜੀ, ਜਸਟਿਸ ਰਣਜੀਤ ਸਿੰਘ ਨਰੂਲਾ ਆਦਿ ਨਾਮਵਰ ਵਿਅਕਤੀ ਸ਼ਾਮਲ ਸਨ। ਪੂਰੀ ਨਿਡਰਤਾ ਅਤੇ ਜੀ ਜਾਨ ਨਾਲ ਪੀੜਤ ਸਿੱਖ ਭਾਈਚਾਰੇ ਲਈ ਇਨਸਾਫ ਦੀ ਜੰਗ ਲੜ ਰਹੇ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ ਨੂੰ ਇਸ ਕਮੇਟੀ ਦਾ ਕਨਵੀਨਰ ਸਥਾਪਿਤ ਕੀਤਾ ਗਿਆ। ਇਸ ਕਮੇਟੀ ਵਿੱਚ ਇਨਸਾਫ ਦੀ ਉਮੀਦ ਨਾਲ ਮਿਸ਼ਰਾ ਕਮਿਸ਼ਨ ਨੂੰ ਦਿੱਤੇ ਗਏ ਸਹਿਯੋਗ ਦੇ ਨਤੀਜੇ ਵਜੋਂ ਅੰਤ ਵਿੱਚ ਜਾ ਕੇ ਪੀੜਤ ਧਿਰ ਵੱਲੋਂ 600 ਤੋਂ ਉੱਪਰ ਹਲਫੀਆ ਬਿਆਨ ਪੇਸ਼ ਕਰ ਦਿੱਤੇ ਗਏ ਸਨ, ਪਰ ਇਸ ਦੀ ਤੁਲਨਾ ਵਿੱਚ ਦੋਸ਼ੀ ਧਿਰ ਨੇ ਇਸ ਤੋਂ ਲਗਭਗ 4 ਗੁਣਾ ਵੱਧ ਬਿਆਨ ਸੌਂਪ ਦਿੱਤੇ ਸਨ। ਦੋਸ਼ੀ ਧਿਰ ਦੇ ਹਲਫੀਆ ਬਿਆਨਾਂ ਦਾ ਉਗੜਵਾਂ ਲੱਛਣ ਇਹ ਸੀ ਕਿ ਉਹਨਾਂ ਵਿੱਚ ਨਾ ਸਿਰਫ ਦੋਸ਼ੀਆਂ ਨੂੰ ਨਿਰਦੋਸ਼ ਦਿਖਾਇਆ ਗਿਆ ਸੀ, ਸਗੋਂ ਫਿਰਕੂ ਕਤਲੋਗਾਰਤ ਦਾ ਦੋਸ਼ ਬੇਹਯਾਈ ਨਾਲ ਨਿਰਦੋਸ਼ ਮਾਰੇ ਗਏ ਸਿੱਖ ਭਾਈਚਾਰੇ ਦੇ ਸਿਰ ਮੜ ਦਿੱਤਾ ਗਿਆ ਸੀ। ਦੋਸ਼ੀਆਂ ਦੇ ਪੱਖ ਦੇ ਇਹਨਾਂ ਹਲਫੀਆਂ ਬਿਆਨਾਂ ਦੇ ਝੂਠੇ ਤੇ ਜਾਲੀ ਹੋਣ ਦਾ ਪ੍ਰਮਾਣ ਇਸ ਗੱਲ ਤੋਂ ਮਿਲਦਾ ਹੈ ਕਿ ਲਗਭਗ ਸਾਰੇ ਬਿਆਨਾਂ ਦੀ ਭਾਸ਼ਾ ਅਤੇ ਇਬਾਰਤ ਇੱਕੋ ਜਿਹੀ ਸੀ, ਜੋ ਇੱਕੋ ਥਾਂ ਤੋਂ ਇੱਕੋ ਕਿਸਮ ਦੇ ਕਾਗਜ਼ਾਂ ਤੇ ਟਾਈਪ ਕੀਤੀ ਗਈ ਸੀ। ਜੇ ਕੋਈ ਫਰਕ ਸੀ ਤਾਂ ਉਹਨਾਂ ਵਿੱਚ ਦਿੱਤੇ ਗਏ ਨਾਂ, ਪਤੇ ਅਤੇ ਦਸਤਖਤ ਹੀ ਅਲੱਗ-ਅਲੱਗ ਸਨ। ਜਸਟਿਸ ਮਿਸ਼ਰਾ ਅੰਦਰ ਜੇਕਰ ਇਨਸਾਫ ਕਰਨ ਦੀ ਭਾਵਨਾ ਹੁੰਦੀ ਤਾਂ ਅਜਿਹੇ ਝੂਠੇ ਤੇ ਜਾਲੀ ਹਲਫੀਆ ਬਿਆਨਾਂ ਨੂੰ
ਪਹਿਲੀ ਨਜ਼ਰੇ ਹੀ ਰੱਦ ਕਰਕੇ ਕੂੜੇਦਾਨਾਂ ਵਿੱਚ ਸੁੱਟ ਦਿੱਤਾ ਜਾਣਾ ਚਾਹੀਦਾ ਸੀ। ਪਰ ਜਿੰਨੀ ਬੇਹਯਾਈ ਨਾਲ ਇਹ ਝੂਠੇ ਹਲਫੀਆ ਬਿਆਨ ਤਿਆਰ ਕੀਤੇ ਗਏ ਸਨ, ਓਨੀ ਹੀ ਨਿਰਲਜਤਾ ਨਾਲ ਇਹ ਕਮਿਸ਼ਨ ਵੱਲੋਂ ਕਬੂਲ ਕਰ ਲਏ ਗਏ ਸਨ। ਪਰ ਜਿਉਂ ਹੀ ਪੜਤਾਲ ਦੇ ਅਮਲ ਦੌਰਾਨ ਇਸ ਝੂਠ ਦੀ ਖੇਡ ਦੇ ਬੇਪਰਦ ਹੋ ਜਾਣ ਦਾ ਖਤਰਾ ਖੜਾ ਹੋ ਗਿਆ, ਤਾਂ ਜਸਟਿਸ ਮਿਸ਼ਰਾ ਦੇ ਮਨ ਅੰਦਰ ਵਸਿਆ ਕਪਟ ਉਸ ਨੂੰ ਹੋਰ ਵੀ ਵੱਧ ਬਦੀ ਦੇ ਰਾਹ ਵੱਲ ਖਿੱਚ ਕੇ ਲੈ ਗਿਆ। ਉਸ ਨੇ ਤੁਰੰਤ ਪੜਤਾਲ ਦੀ ਕਾਰਵਾਈ ਨੂੰ ਖੁੱਲ੍ਹੇਆਮ ਚਲਾਉਣ ਦੀ ਥਾਂ ਬੰਦ ਕਮਰੇ ਵਿੱਚ ਚਲਾਉਣ ਦਾ ਆਦੇਸ਼ ਜਾਰੀ ਕਰ ਦਿੱਤਾ। ਪਰ ਜਦ ਬੰਦ ਕਮਰੇ ਵਿੱਚ ਇਨਸਾਫ ਦੇ ਨਾਟਕ ਦਾ ਸੱਚ ਅਖਬਾਰਾਂ ਰਾਹੀਂ ਲੋਕਾਂ ਸਾਹਮਣੇ ਆਉਣ ਲੱਗਾ, ਤਾਂ ਜਸਟਿਸ ਮਿਸ਼ਰਾ ਨੇ ਹਤਾਸ਼ਪੁਣੇ ਚ ਮੀਡੀਏ ਉੱਤੇ ਕਮਿਸ਼ਨ ਦੀ ਕਾਰਵਾਈ ਦੀ ਰਿਪੋਰਟ ਕਰਨ ਦੀ ਪਾਬੰਦੀ ਲਾ ਦਿੱਤੀ। ਹਾਲਾਂਕਿ ਕਾਨੂੰਨ ਦੀ ਦ੍ਰਿਸ਼ਟੀ ਤੋਂ ਕਮਿਸ਼ਨ ਨੂੰ ਮੀਡੀਏ ਵਿਰੁੱਧ ਅਜਿਹਾ ਫਰਮਾਨ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ ਸੀ। ਭਾਵੇਂ ਅਖਬਾਰਾਂ ਨੂੰ ਇਸ ਗੈਰ ਕਾਨੂੰਨੀ ਆਦੇਸ਼ ਤੇ ਅਮਲ ਕਰਨ ਦੀ ਕੋਈ ਕਾਨੂੰਨੀ ਬੰਦਸ਼ ਜਾਂ ਮਜਬੂਰੀ ਨਹੀਂ ਸੀ, ਪਰ ਭਾਰਤੀ ਹਾਕਮਾਂ ਨਾਲ ਵਿਚਾਰਧਾਰਾ ਤੇ ਹਿੱਤਾਂ ਦੀ ਵਡੇਰੀ ਸਾਂਝ ਨੇ ਅਖਬਾਰਾਂ ਦੇ ਮਾਲਕਾਂ ਅਤੇ ਸੰਪਾਦਕਾਂ ਦੀ ਜਮਹੂਰੀ ਜ਼ਮੀਰ ਨੂੰ ਨਕਾਰਾ ਕਰਕੇ ਰੱਖ ਦਿੱਤਾ ਸੀ ਅਤੇ ਉਹਨਾਂ ਕਾਨੂੰਨ ਦੀ ਦ੍ਰਿਸ਼ਟੀ ਤੋਂ ਗਲਤ ਅਤੇ ਇਨਸਾਫ ਦੇ ਨਜ਼ਰੀਏ ਤੋਂ ਘਾਤਕ ਇਸ ਆਦੇਸ਼ ਨੂੰ ਸਵੈ ਇੱਛਾ ਨਾਲ ਹੀ ਕਬੂਲ ਕਰ ਲਿਆ। PUCL ਅਤੇ PUDR ਵਰਗੀਆਂ ਮਨੁੱਖੀ ਹੱਕਾਂ ਦੀਆਂ ਪਹਿਰੇਦਾਰ ਜਥੇਬੰਦੀਆਂ ਨੇ ਦਿੱਲੀ ਵਿੱਚ ਭੜਕੀ ਹੋਈ, ਅਸਲ ਵਿੱਚ ਭੜਕਾਈ ਗਈ ਅੱਗ ਦੇ ਦੌਰਾਨ ਹੀ ਦਲੇਰੀ ਤੇ ਨਿਸ਼ਠਾ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਿਤਮੋ ਜ਼ੁਲਮ ਬਾਰੇ ਛਾਣਬੀਣ ਦਾ ਕੰਮ ਅਤੇ ਪੀੜਤਾਂ ਨੂੰ ਰਾਹਤ ਦੇਣ ਦਾ ਪਰਉਪਕਾਰੀ ਕਾਰਜ ਆਰੰਭ ਦਿੱਤਾ ਸੀ। ਉਪਰੋਕਤ ਦੋਵੇਂ ਜਥੇਬੰਦੀਆਂ ਵੱਲੋਂ ਕਤਲੇਆਮ ਤੋਂ 2 ਹਫ਼ਤੇ ਬਾਅਦ ਹੀ ਇੱਕ ਭਰਮੀ ਤੱਥ ਭਰਪੂਰ ਰਿਪੋਰਟ ਜਾਰੀ ਕਰ ਦਿੱਤੀ ਗਈ ਸੀ, ਜਿਸ ਵਿੱਚ ਠੋਸ ਸਬੂਤਾਂ ਦੇ ਆਧਾਰ ਤੇ 13 ਪੁਲਿਸ ਅਫਸਰਾਂ, 15 ਕਾਂਗਰਸੀ ਆਗੂਆਂ ਅਤੇ 198 ਸਥਾਨਕ ਪੱਧਰ ਦੇ ਕਾਂਗਰਸੀ ਕਾਰਕੁਨਾਂ ਉੱਤੇ ਦੋਸ਼ ਦੀ ਉਂਗਲ ਧਰੀ ਗਈ ਸੀ। ਪਰ ਇਸ ਦੇ ਬਾਵਜੂਦ ਸ਼ਾਇਦ ਇਸੇ ਕਰਕੇ ਹੀ ਜਸਟਿਸ ਮਿਸ਼ਰਾ ਨੇ ਇਹਨਾਂ ਜਥੇਬੰਦੀਆਂ ਨੂੰ ਪੜਤਾਲ ਦੀ ਕਾਰਵਾਈ ਵਿੱਚ ਸ਼ਾਮਲ ਕਰਨ ਤੋਂ ਢੀਠਤਾਈ ਨਾਲ ਇਨਕਾਰ ਕਰ ਦਿੱਤਾ ਸੀ। ਅਜਿਹਾ ਸੱਚ ਨੂੰ ਦਬਾਉਣ ਦੀ ਨੀਅਤ ਨਾਲ ਕੀਤਾ ਗਿਆ ਸੀ। ਉਂਝ ਤਾਂ ਇਹ ਵੀ ਆਪਣੇ ਆਪ ਵਿੱਚ ਕੋਈ ਘੱਟ ਗੁਨਾਹ ਨਹੀਂ ਸੀ, ਪਰ ਜਿੱਡਾ ਪਾਪ ਕੀਤਾ ਗਿਆ ਸੀ ਉਸ ਨੂੰ ਦਬਾਉਣ ਲਈ ਵੀ ਉਨਾ ਹੀ ਵੱਡਾ ਪਾਪ ਜ਼ਰੂਰੀ ਹੋ ਗਿਆ ਸੀ। ਇਸ ਕਰਕੇ ਜ਼ਾਲਮ ਧਿਰ ਨੇ ਆਪਣੇ ਪਹਿਲਾਂ ਕੀਤੇ ਹੋਏ ਪਾਪ ਨੂੰ ਦਬਾਉਣ ਲਈ ਖੜੇ ਪੈਰ ਕੁਝ ਨਵੀਆਂ ਜਥੇਬੰਦੀਆਂ ਖੜੀਆਂ ਕਰ ਲਈਆਂ ਸਨ, ਜਿਨ੍ਹਾਂ ਦੇ ਨਾਂ ਛਲਾਵੇ ਭਰੇ ਰੱਖੇ ਗਏ, ਜਿਵੇਂ ਸਿਟੀਜ਼ਨ ਫੋਰਮ ਆਫ ਟਰੁੱਥ, ਜਿਸ ਦਾ ਭਾਵ ਹੈ ਸੱਚ ਵਾਸਤੇ ਨਾਗਰਿਕ ਮੰਚ, ਦੂਜਾ ਸਿਟੀਜ਼ਨ ਕਮੇਟੀ ਫਾਰ ਪੀਸ ਐਂਡ ਹਾਰਮੋਨੀ, ਜਿਸ ਦਾ ਅਰਥ ਬਣਦਾ ਹੈ ਅਮਨ ਤੇ ਇਕਸੁਰਤਾ ਲਈ ਨਾਗਰਿਕ ਕਮੇਟੀ, ਤੀਜਾ ਨਾਗਰਿਕ ਸੁਰੱਖਿਆ ਸਮਿਤੀ। ਸੋ ਅਮਨ ਤੇ ਇਕਸੁਰਤਾ ਕਾਇਮ ਕਰਨ ਅਤੇ ਨਾਗਰਿਕਾਂ ਦੀ ਸੁਰੱਖਿਆ ਕਰਨ ਦਾ ਹਿੰਦੂ ਤਵੀ ਦਸਤੂਰ ਇਹ ਹੈ। ਇਹ ਹਿੰਦੂ ਜਾਤੀ ਦੀ ਖਾਸ ਨਸਲੀ ਵਿਸ਼ੇਸ਼ਤਾ ਹੈ ਕਿ ਸੱਚ ਨੂੰ ਦਬਾਉਣ ਤੇ ਕਤਲ ਕਰਨ ਲਈ ਸੱਚ ਦਾ ਹੀ ਮਖੌਟਾ ਪਹਿਨਣਾ ਜ਼ਰੂਰੀ ਹੈ। ਹਿੰਦੂ ਮਿਥਿਹਾਸ ਤੇ ਇਤਿਹਾਸ ਅਜਿਹੀਆਂ ਛਲਾਵੇ ਭਰੀਆਂ ਖੇਡਾਂ ਨਾਲ ਭਰਿਆ ਪਿਆ ਹੈ। ਇਹ ਜਥੇਬੰਦੀਆਂ ਨਰੋਲ ਮਿਸ਼ਰਾ ਕਮਿਸ਼ਨ ਦੁਆਰਾ ਕੀਤੀ ਜਾ ਰਹੀ ਪੜਤਾਲ ਦੀ ਕਾਰਵਾਈ ਦੇ ਅਮਲ ਨੂੰ ਸਾਬੋਤਾਜ ਕਰਨ ਲਈ ਖੜੀਆਂ ਕੀਤੀਆਂ ਗਈਆਂ ਸਨ, ਜੋ ਨਰੋਲ ਕਾਗਜ਼ੀ ਸਨ ਅਤੇ ਜਿਨ੍ਹਾਂ ਦੀ ਹਕੀਕਤ ਵਿੱਚ ਕੋਈ ਹੋਂਦ ਨਹੀਂ ਸੀ। ਨਾ ਇਹਨਾਂ ਦਾ ਇਸ ਤੋਂ ਪਹਿਲਾਂ ਕਿਸੇ ਨੇ ਜ਼ਿਕਰ ਸੁਣਿਆ ਸੀ ਅਤੇ ਨਾ ਉਸ ਤੋਂ ਬਾਅਦ ਇਹਨਾਂ ਦੀ ਹੋਂਦ ਦੀ ਕੋਈ ਨਿਸ਼ਾਨੀ ਨਜ਼ਰ ਆਈ। ਇਹਨਾਂ ਕਮੇਟੀਆਂ ਨੇ ਜੋ ਨੇਕ ਕੰਮ ਕੀਤਾ ਉਹ ਇਹ ਸੀ ਕਿ ਭੇਦ ਦੇ ਸੰਘਣੇ ਪਰਦਿਆਂ ਪਿੱਛੇ ਚੱਲ ਰਹੀ ਪੜਤਾਲ ਦੀ ਕਾਰਵਾਈ ਦੌਰਾਨ ਦੋਸ਼ੀਆਂ ਖਿਲਾਫ ਭੁਗਤਣ ਵਾਲੇ ਮਹੱਤਵਪੂਰਨ ਗਵਾਹਾਂ ਦੀ ਪਛਾਣ ਅਤੇ ਗਵਾਹੀ ਦੀ ਤਰੀਕ ਦੀ ਸੂਚਨਾ ਦੋਸ਼ੀਆਂ ਤੱਕ ਪਹੁੰਚਾਉਂਦੀਆਂ ਰਹੀਆਂ ਸਨ, ਜਿਹਦੇ ਕਰਕੇ ਗਵਾਹਾਂ ਕੋਲ ਕਮਿਸ਼ਨ ਦੇ ਸੰਮਣ ਪਹੁੰਚਣ ਤੋਂ ਪਹਿਲਾਂ ਹੀ ਧਮਕੀਆਂ ਦੇ ਸੁਨੇਹੇ ਪਹੁੰਚ ਜਾਂਦੇ ਸਨ। ਇਸ ਦੇ ਬਾਵਜੂਦ ਵੀ ਜੇ ਕੋਈ ਗਵਾਹ ਨਿਡਰਤਾ ਵਿਖਾਉਂਦਾ ਹੋਇਆ ਗਵਾਹੀ ਦੇਣ ਪਹੁੰਚ ਜਾਂਦਾ ਸੀ, ਤਾਂ ਇਹਨਾਂ ਜਥੇਬੰਦੀਆਂ ਵਿੱਚੋਂ ਮਗਰਲੀ ਜਥੇਬੰਦੀ ਜੋ ਨਰੋਲ ਆਰੀਆ ਸਮਾਜੀ
ਤੱਤਾਂ ਦੀ ਬਣੀ ਹੋਈ ਸੀ ਦੇ ਵਕੀਲ ਉਹਨਾਂ ਨੂੰ ਬੇਦਲ ਕਰ ਲਈ, ਜਿਰਾ ਦੇ ਬਹਾਨੇ ਬਹੁਤ ਹੀ ਘਟੀਆ ਦਰਜੇ ਦੇ ਤੇ ਦਿਲ ਦੁਖਾਵੇਂ ਸਵਾਲਾਂ ਨਾਲ ਜਿੱਚ ਕਰਨ ਤੇ ਕਈ ਮਾਮਲਿਆਂ ਵਿੱਚ ਤਾਂ ਉਹਨਾਂ ਨੂੰ ਦੁਖੀ ਕਰਕੇ ਰਵਾ ਦੇਣ ਤੱਕ ਦੀ ਕਮੀਨਗੀ ਤੋਂ ਵੀ ਬਾਜ਼ ਨਹੀਂ ਸਨ ਆਉਂਦੇ। ਇਹਨਾਂ ਬੇਜ਼ਮੀਰੇ ਵਕੀਲਾਂ ਦਾ ਸਰਗਣਾ ਲਾਲਾ ਰਾਮ ਗੁਪਤਾ ਖਾਸ ਤੌਰ ਤੇ ਸਭ ਤੋਂ ਵੱਧ ਬਦਨਾਮ ਸੀ। ਜਸਟਿਸ ਮਿਸ਼ਰਾ ਨੇ ਜਿੱਥੇ ਝੂਠ ਅਤੇ ਪਾਪ ਦੀ ਧਿਰ ਲਈ ਅਜਿਹੀਆਂ ਬਦਤਮੀਜ਼ੀਆਂ ਕਰਨ ਦੀਆਂ ਖੁੱਲ੍ਹਾਂ ਦੇ ਰੱਖੀਆਂ ਸਨ, ਉੱਥੇ ਸੱਚ ਤੇ ਇਨਸਾਫ ਦੀ ਧਿਰ ਨੂੰ ਕੋਈ ਵੀ ਸਾਰਥਕ ਰੋਲ ਨਿਭਾਉਣ ਦੀ ਆਗਿਆ ਦੇਣ ਤੋਂ ਇਨਕਾਰ ਕਰੀ ਰੱਖਿਆ। ਸਭ ਤੋਂ ਪਹਿਲਾਂ ਤਾਂ CJC, ਜਿਨ੍ਹਾਂ ਹਲਕੀਆਂ ਬਿਆਨਾਂ ਨੂੰ ਪੜਤਾਲ ਲਈ ਅਤੀ ਜ਼ਰੂਰੀ ਸਮਝਦਾ ਸੀ, ਕਮਿਸ਼ਨ ਨੇ ਇਹਨਾਂ ਵਿੱਚੋਂ ਬਹੁਤਿਆਂ ਨੂੰ ਵਿਚਾਰਨ ਤੋਂ ਹੀ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ CJC 8 ਚੁਣਵੇਂ ਤੇ ਚੋਟੀ ਦੇ ਸਰਕਾਰੀ ਅਹੁਦੇਦਾਰਾਂ ਅਤੇ ਸਿਵਲ ਤੇ ਡਿਫੈਂਸ ਅਧਿਕਾਰੀਆਂ ਨੂੰ, ਜਿਵੇਂ ਕਿ ਲੈਫਟੀਨੈਂਟ ਗਵਰਨਰ, ਹੋਮ ਸਕੱਤਰ, ਪੁਲਿਸ ਕਮਿਸ਼ਨਰ ਆਦਿ, ਜੋ ਅਮਨ ਤੇ ਕਾਨੂੰਨ ਦੀ ਰਾਖੀ ਕਰਨ ਲਈ ਜ਼ਿੰਮੇਵਾਰ ਬਣਦੇ ਸਨ ਅਤੇ ਜਿਸ ਕਰਕੇ ਜਿਨ੍ਹਾਂ ਦੀਆਂ ਗਵਾਹੀਆਂ ਬਹੁਤ ਹੀ ਭਾਰੀ ਅਹਿਮੀਅਤ ਰੱਖਦੀਆਂ ਸਨ, ਉਹਨਾਂ ਨਾਲ CJC ਦੇ ਵਕੀਲਾਂ ਨੇ ਜਿਰਾ ਕਰਨ ਦਾ ਮੌਕਾ ਦਿੱਤੇ ਜਾਣ ਦੀ ਅਪੀਲ ਕੀਤੀ ਸੀ। ਪਰ ਜਸਟਿਸ ਮਿਸ਼ਰਾ ਨੇ ਇਸ ਪੂਰੀ ਤਰ੍ਹਾਂ ਯੋਗ ਅਤੇ ਹੱਕੀ ਮੰਗ ਨੂੰ ਬਹੁਤ ਹੀ ਹਕਾਰਤ ਨਾਲ ਠੁਕਰਾ ਦਿੱਤਾ ਸੀ। ਤੀਜਾ, ਕਮਿਸ਼ਨ ਦੀ ਪੜਤਾਲੀਆ ਏਜੰਸੀ ਨੇ ਕੁੱਲ 30 ਹਲਫੀਆ ਬਿਆਨਾਂ ਨੂੰ ਪੜਤਾਲ ਕਰਨ ਲਈ ਚੁਣਿਆ ਸੀ, ਪਰ ਉਸ ਨੇ ਲੋੜਾ ਇਹ ਮਾਰਿਆ ਕਿ HKL ਭਗਤ ਦੇ ਖਿਲਾਫ ਦਿੱਤੇ ਕਿਸੇ ਵੀ ਹਲਫੀਆ ਬਿਆਨ ਨੂੰ ਛਾਣਬੀਣ ਦੇ ਯੋਗ ਨਹੀਂ ਸਮਝਿਆ ਸੀ, ਜਦੋਂ ਕਿ ਕਤਲੇਆਮ ਦੌਰਾਨ ਸਭ ਨਾਲੋਂ ਭੈੜੀ ਅਤੇ ਵੱਡ ਟੁੱਕ HKL ਭਗਤ ਦੇ ਚੋਣ ਖੇਤਰ ਪੂਰਬੀ ਦਿੱਲੀ ਵਿੱਚ ਹੀ ਹੋਈ ਸੀ ਅਤੇ ਭਗਤ ਦੀ ਜੁਰਮ ਵਿੱਚ ਸ਼ਮੂਲੀਅਤ ਬਾਰੇ ਅਨੇਕਾਂ ਗਵਾਹਾਂ ਨੇ ਠੋਸ ਤੱਥ ਅਤੇ ਸਬੂਤ ਮੁਹੱਈਆ ਕੀਤੇ ਸਨ। ਚੌਥਾ, ਕੁਝ ਅਜਿਹੇ ਮਹੱਤਵਪੂਰਨ ਦਸਤਾਵੇਜ਼ ਜੋ CJC ਵੱਲੋਂ ਉਚੇਚੀ ਮੰਗ ਕਰਨ ਤੇ ਮੰਗਵਾਏ ਗਏ ਸਨ, ਕਮਿਸ਼ਨ ਨੇ ਉਹ CJC ਨੂੰ ਦਿਖਾਉਣ ਤੋਂ ਹੀ ਇਨਕਾਰ ਕਰ ਦਿੱਤਾ ਸੀ। ਪੰਜਵਾਂ, ਕਮਿਸ਼ਨ ਨੇ CJC ਨੂੰ ਪੜਤਾਲੀਆ ਏਜੰਸੀਆਂ ਦੀਆਂ ਰਿਪੋਰਟਾਂ ਦੇਣ ਤੋਂ ਪੂਰਾ ਜਵਾਬ ਦੇ ਦਿੱਤਾ ਸੀ। ਇਸ ਦਾ ਭਾਵ ਸੀ ਕਿ CJC ਨੂੰ ਛਾਣਬੀਣ ਦੀ ਕੁਆਲਿਟੀ ਪਰਖਣ ਦਾ ਕੋਈ ਮੌਕਾ ਨਹੀਂ ਸੀ ਦਿੱਤਾ ਗਿਆ। ਕਮਿਸ਼ਨ ਨੇ ਗਵਾਹੀਆਂ ਦੇਣ ਵਾਲੇ ਮਜ਼ਲੂਮਾਂ ਨੂੰ ਅਸਰਦਾਰ ਸੁਰੱਖਿਆ ਮੁਹੱਈਆ ਕਰਨ ਦੀ CJC ਦੀ ਮੰਗ ਅਮਲੀ ਤੌਰ ਤੇ ਅਣਸੁਣੀ ਕਰ ਦਿੱਤੀ ਸੀ। ਜੇਕਰ ਕਮਿਸ਼ਨ ਨੇ CJC ਨੂੰ ਭਰੋਸੇ ਵਿੱਚ ਲਿਆ ਹੁੰਦਾ ਅਤੇ ਮਹੱਤਵਪੂਰਨ ਅਧਿਕਾਰੀਆਂ ਜਿਸ ਤਰ੍ਹਾਂ ਕਿ RS ਸੇਠੀ ਨਾਲ ਜਿਰਾ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ, ਤਾਂ ਗੁਨਾਹ ਕਰਨ ਅਤੇ ਇਸ ਨੂੰ ਦਬਾਉਣ ਲਈ ਸਿਆਸੀ ਤਾਕਤ ਅਤੇ ਅਸਰ ਰਸੂਖ ਦੀ ਦੁਰਵਰਤੋਂ ਸੰਬੰਧੀ ਬਹੁਤ ਹੀ ਅਹਿਮ ਜਾਣਕਾਰੀ ਹਾਸਲ ਕੀਤੀ ਤੇ ਦਰਜ ਕੀਤੀ ਜਾ ਸਕਦੀ ਸੀ। ਜਸਟਿਸ ਮਿਸ਼ਰਾ ਦੇ ਇਸ ਰਵੱਈਏ ਨੇ CJC ਨੂੰ ਇੰਨਾ ਮਜਬੂਰ ਤੇ ਦੁਖੀ ਕਰ ਦਿੱਤਾ ਸੀ ਕਿ ਉਸ ਨੂੰ ਕਮਿਸ਼ਨ ਬਾਰੇ ਇਹ ਅਜਿਹੀ ਸਖਤ ਟਿੱਪਣੀ ਕਰਨ ਲਈ ਮਜਬੂਰ ਹੋਣਾ ਪੈ ਗਿਆ ਸੀ, ਜੋ ਕਿ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਚੀਫ ਜਸਟਿਸ ਵੱਲੋਂ ਕਿਸੇ ਸੇਵਾ ਨਿਭਾ ਰਹੇ ਸੁਪਰੀਮ ਕੋਰਟ ਦੇ ਜੱਜ ਖਿਲਾਫ ਕੀਤੀ ਗਈ ਸ਼ਾਇਦ ਸਭ ਨਾਲੋਂ ਸਖਤ ਟਿੱਪਣੀ ਹੋਵੇਗੀ। ਪਰ ਕਿਉਂਕਿ ਜਸਟਿਸ ਮਿਸ਼ਰਾ ਨੇ ਇੱਕ ਨਹੀਂ ਕਈ ਕਾਰੇ ਅਜਿਹੇ ਕਰ ਮਾਰੇ ਸਨ ਜਿਹੜੇ ਕਿਸੇ ਅਦਾਲਤੀ ਕਮਿਸ਼ਨ ਨੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਸਨ ਕੀਤੇ, ਇਸ ਕਰਕੇ ਉਹ ਸੁਪਰੀਮ ਕੋਰਟ ਦੇ ਕਿਸੇ ਸਾਬਕਾ ਚੀਫ ਜਸਟਿਸ ਕੋਲੋਂ ਕਿਸੇ ਦੂਸਰੇ ਜੱਜ ਨੂੰ ਇਤਿਹਾਸ ਵਿੱਚ ਪਹਿਲੀ ਵਾਰ ਪਾਈ ਗਈ ਅਜਿਹੀ ਫਟਕਾਰ ਦਾ ਹੱਕਦਾਰ ਬਣਦਾ ਸੀ। CJC ਦੀ ਫਟਕਾਰ ਦੇ ਸ਼ਬਦ ਇਹ ਸਨ: ਕਮਿਸ਼ਨ ਦੁਆਰਾ ਧਾਰਨ ਕੀਤਾ ਗਿਆ ਗੈਰ ਤਰੀਕਾਕਾਰ ਉਹਨਾਂ ਲੋਕਾਂ ਦੇ ਮਨੋਰਥਾਂ ਦੀ ਪੱਖ ਪੂਰਤੀ ਕਰਦਾ ਹੈ ਜੋ ਦੋਸ਼ੀਆਂ ਨੂੰ ਓਟ ਮੁਹੱਈਆ ਕਰਨ ਅਤੇ ਸੱਚ ਨੂੰ ਦਬਾਉਣ ਵਿੱਚ ਰੁਚੀ ਰੱਖਦੇ ਹਨ। ਇਹ ਕਹਿ ਕੇ CJC ਨੇ ਬੇਹੱਦ ਦੁਖੀ ਮਨ ਨਾਲ ਆਪਣੇ ਆਪ ਨੂੰ ਕਮਿਸ਼ਨ ਦੀ ਕਾਰਵਾਈ ਨਾਲੋਂ ਵੱਖ ਕਰਨ ਦਾ ਫੈਸਲਾ ਲੈ ਲਿਆ ਸੀ। ਮਿਸ਼ਰਾ ਕਮਿਸ਼ਨ ਦੇ ਇਹਨਾਂ ਲੱਛਣਾਂ ਤੋਂ ਉਸ ਦੁਆਰਾ ਅਗਸਤ 1986 ਵਿੱਚ ਜਾ ਕੇ ਅੰਤਮ ਰੂਪ ਵਿੱਚ ਤਿਆਰ ਕੀਤੀ ਰਿਪੋਰਟ ਬਾਰੇ ਅਨੁਮਾਨ ਲਗਾਉਣਾ ਔਖਾ ਨਹੀਂ ਰਹਿ ਜਾਂਦਾ।
ਮਿਸ਼ਰਾ ਕਮਿਸ਼ਨ ਆਪਣੀ ਰਿਪੋਰਟ ਵਿੱਚ ਇਸ ਨਿਰਣੇ ਤੇ ਪਹੁੰਚਿਆ ਸੀ ਕਿ ਮੁੱਢਲੇ ਪੜਾਅ ਤੇ ਦੰਗੇ ਆਪ ਮੁਹਾਰੇ ਸ਼ੁਰੂ ਹੋਏ ਸਨ, ਪਰ ਪਿੱਛੋਂ ਜਾ ਕੇ ਉਹਨਾਂ ਜਥੇਬੰਦ ਰੂਪ ਅਖਤਿਆਰ ਕਰ ਲਿਆ ਸੀ। ਆਪ ਮੁਹਾਰੇ ਪ੍ਰਤੀਕਰਮ ਤੋਂ ਜਥੇਬੰਦ ਦੰਗਿਆਂ ਦੀ ਸ਼ਕਲ ਗ੍ਰਹਿਣ ਕਰ ਜਾਣ ਦੀ ਇਹ ਤਬਦੀਲੀ ਸਮਾਜ ਵਿਰੋਧੀ ਤੱਤਾਂ ਦੁਆਰਾ ਹਾਲਾਤ ਦੀ ਵਾਗਡੋਰ ਸੰਭਾਲ ਲੈਣ ਸਦਕਾ ਹੋਈ ਸੀ। ਇਸ ਤਰ੍ਹਾਂ ਅਤੇ ਇਹਨਾਂ ਅਰਥਾਂ ਵਿੱਚ ਦਿੱਲੀ ਵਿੱਚ ਹੋਈ ਹਿੰਸਾ ਜਥੇਬੰਦ ਜ਼ਰੂਰ ਕੀਤੀ ਗਈ ਸੀ, ਪਰ ਜਥੇਬੰਦ ਕਰਨ ਦਾ ਇਹ ਕੰਮ ਕਿਸੇ ਰਾਜਸੀ ਪਾਰਟੀ ਜਾਂ ਵਿਅਕਤੀਆਂ ਦੇ ਕਿਸੇ ਖਾਸ ਗਰੁੱਪ ਨੇ ਨਹੀਂ ਸੀ ਕੀਤਾ, ਸਗੋਂ ਸਮਾਜ ਵਿਰੋਧੀ ਅਨਸਰਾਂ ਦੁਆਰਾ ਕੀਤਾ ਗਿਆ ਸੀ, ਜਿਨ੍ਹਾਂ ਦੀ ਭਾਰਤ ਦੀ ਰਾਜਧਾਨੀ ਅੰਦਰ ਚੋਖੀ ਭਰਮਾਰ ਹੈ ਅਤੇ ਜਿਨ੍ਹਾਂ ਦੀ ਸ਼ਕਤੀ ਵੀ ਬੇਪਨਾਹ ਹੈ। ਇਸ ਤਰ੍ਹਾਂ ਮਿਸ਼ਰਾ ਕਮਿਸ਼ਨ ਨੇ ਦੇਸ਼ ਦੇ ਰਾਜਸੀ ਹੁਕਮਰਾਨਾਂ ਅਤੇ ਦਿੱਲੀ ਦੇ ਪ੍ਰਮੁੱਖ ਰਾਜਸੀ ਆਗੂਆਂ ਨੂੰ ਸਾਰੇ ਜੁਰਮ ਤੋਂ ਸੁਰਖਰੂ ਕਰ ਦਿੱਤਾ ਸੀ ਅਤੇ ਦੋਸ਼ ਦਾ ਸਾਰਾ ਭਾਂਡਾ ਗੁੰਡਿਆਂ ਦੇ ਸਿਰ ਤੇ ਜਾਂ ਪੁਲਿਸ ਉੱਤੇ, ਉਹ ਵੀ ਹੇਠਲੇ ਪੱਧਰ ਤੇ ਭੰਨ ਦਿੱਤਾ ਸੀ। ਹਾਲਾਂਕਿ ਸੀਜੇਸੀ ਨੇ ਦਿੱਲੀ ਦੇ 3 ਲੋਕ ਸਭਾ ਮੈਂਬਰਾਂ ਅਤੇ 10 ਕੌਂਸਲਰਾਂ ਬਾਰੇ ਕਮਿਸ਼ਨ ਨੂੰ ਬਹੁਤ ਹੀ ਨਿੱਘਰ ਅਤੇ ਅਹਿਮ ਜਾਣਕਾਰੀ ਮੁਹੱਈਆ ਕਰਵਾਈ ਸੀ, ਪਰ ਰਿਪੋਰਟ ਵਿੱਚ ਇਸ ਦਾ ਉੱਕਾ ਹੀ ਕੋਈ ਜ਼ਿਕਰ ਨਹੀਂ ਸੀ ਕੀਤਾ ਗਿਆ। ਭਾਵੇਂ ਕਿ ਹੁਕਮਰਾਨ ਪਾਰਟੀ ਦੇ 19 ਹੇਠਲੀ ਪੱਧਰ ਦੇ ਕਰਿੰਦਿਆਂ ਦੀ ਹਿੰਸਾ ਵਿੱਚ ਸ਼ਮੂਲੀਅਤ ਦਾ ਤੱਥ ਕਬੂਲ ਕਰ ਲਿਆ ਗਿਆ ਸੀ। HKL ਭਗਤ ਦਾ ਰਿਪੋਰਟ ਵਿੱਚ ਜ਼ਿਕਰ ਜ਼ਰੂਰ ਕੀਤਾ ਗਿਆ ਸੀ, ਪਰ ਬਹੁਤ ਹੀ ਖੋਟੇ ਮੰਤਵ ਨਾਲ। ਕਮਿਸ਼ਨ ਨੇ ਆਪਣੀਆਂ ਨਿਰਧਾਰਤ ਮੱਦਾਂ ਦੇ ਘੇਰੇ ਤੋਂ ਬਾਹਰ ਜਾ ਕੇ HKL ਭਗਤ ਨੂੰ ਪੂਰਾ ਦੁੱਧ ਧੋਤਾ ਸਾਬਤ ਕਰਨ ਲਈ ਪੂਰਾ ਜ਼ੋਰ ਲਾ ਦਿੱਤਾ ਸੀ। ਹਲਫੀਆ ਬਿਆਨਾਂ ਵਿੱਚ HKL ਭਗਤ ਦੇ ਖਿਲਾਫ ਪੇਸ਼ ਕੀਤੇ ਗਏ ਠੋਸ ਤੱਥਾਂ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਇਹ ਦੋਸ਼ ਬਹੁਤੇ ਨਿਸ਼ਚਿਤ ਤੇ ਸਿੱਕੇਬੰਦ ਨਹੀਂ ਹਨ। ਕਮਿਸ਼ਨ ਨੇ ਜੇਕਰ ਇੰਨੀ ਗੱਲ ਕਹਿ ਕੇ ਹੀ ਸਬਰ ਕਰ ਲਿਆ ਹੁੰਦਾ ਤਾਂ ਇਹ ਤਰਫਦਾਰੀ ਬਹੁਤੀ ਕੋ ਡਰ ਨਹੀਂ ਸੀ ਲੱਗਣੀ, ਪਰ ਉਸਨੇ ਤਾਂ ਹੱਦ ਹੀ ਮੁਕਾ ਦਿੱਤੀ ਸੀ। ਕਮਿਸ਼ਨ ਮੁਤਾਬਕ ਸ੍ਰੀ HKL ਭਗਤ ਇੱਕ ਮੌਜੂਦਾ ਮੈਂਬਰ ਪਾਰਲੀਮੈਂਟ ਅਤੇ ਵਜ਼ੀਰ ਹੋਣ ਦੇ ਨਾਤੇ ਅਜਿਹੀ ਬਦਸਲੂਕੀ ਕਰ ਹੀ ਨਹੀਂ ਸੀ ਸਕਦਾ ਜੋ ਕਿ ਉਸ ਦੇ ਨਾਂ ਨਾਲ ਲਾਈ ਜਾਂਦੀ ਹੈ, ਕਿਉਂਕਿ ਉਸ ਦੇ ਇਲਾਕੇ ਵਿੱਚ ਵੱਡੀ ਬਹੁ ਗਿਣਤੀ ਵਿੱਚ ਸਿੱਖ ਵੋਟਰ ਰਹਿੰਦੇ ਹਨ ਅਤੇ ਭਗਤ ਆਪਣੇ ਵੋਟਰਾਂ ਪ੍ਰਤੀ ਇੱਕ ਜਮਹੂਰੀ ਸਿਆਸਤਦਾਨ ਦੇ ਵਤੀਰੇ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸਿੱਖਾਂ ਦੀ ਆਪਣੇ ਪ੍ਰਤੀ ਹਮਦਰਦੀ ਗਵਾ ਲੈਣ ਦਾ ਕਰਮ ਨਹੀਂ ਸੀ ਕਰ ਸਕਦਾ। ਜਸਟਿਸ ਮਿਸ਼ਰਾ ਨੇ ਇਹ ਅਤੇ ਇਸ ਤੋਂ ਵੀ ਵੱਧ ਘੁਟਾਰ ਗੱਲ ਕਰਦਿਆਂ ਹੋਇਆਂ ਰਤੀ ਸ਼ਰਮ ਮਹਿਸੂਸ ਨਾ ਕੀਤੀ ਕਿ ਦੰਗਿਆਂ ਤੋਂ 7-8 ਹਫ਼ਤਿਆਂ ਬਾਅਦ ਹੀ ਲੋਕ ਸਭਾ ਦੀ ਚੋਣ ਅੰਦਰ ਸਿੱਖ ਭਾਈਚਾਰੇ ਦੇ ਕੁਝ ਮੈਂਬਰਾਂ ਵੱਲੋਂ ਸ੍ਰੀ ਭਗਤ ਦੇ ਹੱਕ ਵਿੱਚ ਕੰਮ ਕਰਨ ਦੇ ਨਿੱਘਰ ਸਬੂਤ ਮਿਲਦੇ ਹਨ। ਜਸਟਿਸ ਮਿਸ਼ਰਾ ਦੁਆਰਾ ਨਿਭਾਈ ਗਈ ਇਸ ਵਡਮੁੱਲੀ ਸੇਵਾ ਦੇ ਇਵਜ਼ ਵਿੱਚ ਉਸ ਨੂੰ ਸੁਪਰੀਮ ਕੋਰਟ ਦੇ ਚੀਫ ਜਸਟਿਸ ਦੇ ਅਹੁਦੇ ਨਾਲ ਨਿਵਾਜਿਆ ਗਿਆ ਸੀ ਅਤੇ ਰਿਟਾਇਰ ਹੋਣ ਤੋਂ ਬਾਅਦ ਨਰਸਿਮਹਾ ਰਾਓ ਨੇ ਪਹਿਲਾਂ ਉਸ ਨੂੰ 1992 ਵਿੱਚ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਥਾਪਿਆ ਤੇ ਫਿਰ ਰਸਮੀ ਤੌਰ ਤੇ ਕਾਂਗਰਸ ਪਾਰਟੀ ਵਿੱਚ ਬੁੱਕਲ ਵਿੱਚ ਲੈ ਲੈਣ ਤੋਂ ਬਾਅਦ ਉਸ ਨੂੰ ਰਾਜ ਸਭਾ ਦਾ ਮੈਂਬਰ ਨਾਮਜ਼ਦ ਕੀਤਾ ਗਿਆ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।